हाँ जी प्यारे साथियों, सत श्री अकाल सारिਆਂ ਨੂੰ। ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਆ। ਤੇ ਆਪਾਂ NCERT ਕਰਦੇ ਪਏ ਸੀ 6th ਕਲਾਸ ਦੀ ਜਿਓਗ੍ਰਾਫੀ ਤੇ ਆਪਾਂ ਪਹੁੰਚ ਚੁੱਕੇ ਆ ਅੱਜ ਅਗਲੇ ਚੈਪਟਰ ਤੇ। ਠੀਕ ਹੈ, ਅਗਲੇ ਚੈਪਟਰ ਤੇ ਆਪਾਂ ਪਹੁੰਚ ਚੁੱਕੇ ਆ ਜਿਹੜੇ ਹੀ ਆਪਾਂ ਕਰਦੇ ਪਏ ਆ 6th ਕਲਾਸ ਦੀ ਜਿਓਗ੍ਰਾਫੀ। ਮੈਂ ਇੱਕ ਵਾਰੀ ਦੱਸਦਾ ਵੀ ਆਪਾਂ 5 ਚੈਪਟਰ ਕਰ ਚੁੱਕੇ ਆ ਤੇ ਪਾਰਟ ਆਪਣੇ ਕਿੰਨੇ ਹੋ ਚੁੱਕੇ ਆ, 6 ਪਾਰਟ ਹੋ ਚੁੱਕੇ ਆ ਤੇ ਅੱਜ ਆਪਣਾ ਪਾਰਟ ਨੰਬਰ ਹੈਗਾ ਵਾ 7ਵਾਂ। ਤੇ ਇਸ ਚੈਪਟਰ ਦੇ ਵਿੱਚ ਆਪਾਂ ਕਰਾਂਗੇ ਪ੍ਰਿਥਵੀ ਦੇ ਪ੍ਰਮੁੱਖ ਸਥਲ ਰੂਪ। 6ਵਾਂ ਚੈਪਟਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਠੀਕ ਆ, ਪਹਿਲਾ ਇਹਦਾ ਕੁਐਸਚਨ ਆ 1 ਲਾਈਨਰ ਕੁਐਸਚਨ ਆਪਾਂ ਕਰਦੇ ਪਏ ਸੀ ਨਾ। ਇੱਕ ਚੀਜ਼ ਹੋਰ ਆ, ਇੱਕ ਜਿਹੜੇ ਲਵਪ੍ਰੀਤ ਨੇ ਹਨਾ ਉਹ ਸਟੂਡੈਂਟ ਉਹ ਮੈਸੇਜ ਕਰਦੇ ਨੇ। ਸਭ ਤੋਂ ਪਹਿਲਾਂ ਤਾਂ ਧੰਨਵਾਦ, ਵੀ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਕਿਸੇ ਮੇਰੇ ਭੈਣ ਭਾਈ ਦਾ ਕਮੈਂਟ ਆਉਂਦਾ ਵਾ ਹਨਾ। ਤੇ ਜਿਹੜਾ ਮੈਂ ਕਹਿ ਰਹੀ ਹਾਂ ਨਾ ਵੀ 1 ਲਾਈਨਰ ਇਹ ਮੈਂ ਖੁਦ ਕੱਢੇ ਹੋਏ ਆ ਮਤਲਬ ਬੁੱਕਸ ਦੇ ਵਿੱਚੋਂ। ਠੀਕ ਆ, NCERT ਬੁੱਕਸ ਦੇ ਵਿੱਚੋਂ। ਬਾਕੀ ਆਪਾਂ ਇਦਾਂ ਕਰਾਂਗੇ ਵੀ ਮੈਂ ਸੋਚ ਰਹੀ ਆ, ਇੱਕ ਪਲਾਨ ਕਰ ਰਹੀ ਆ ਵੀ ਆਪਾਂ NCERT ਦੇ ਚੈਪਟਰਾਂ ਦੀ ਰੀਡਿੰਗ ਹੀ ਮੈਂ ਤੁਹਾਨੂੰ ਕਰਵਾ ਦਾਂ, ਬੁੱਕ ਤੋਂ ਕਰਵਾ ਦਾਂ। ਇੱਕ ਬਹੁਤ ਬੱਚਿਆਂ ਦੀ ਪ੍ਰੋਬਲਮ ਇਹ ਆ ਵੀ ਉਹ ਇਹ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ NCERT ਦੀਆਂ ਬੁੱਕਸ ਆਪਾਂ ਕਿਵੇਂ ਮੰਗਾਈਏ ਤੇ ਕਿੱਥੋਂ ਮੰਗਾਈਏ। ਉਹਦੇ ਬਾਰੇ ਵੀ ਮੈਂ ਜਲਦੀ ਇੱਕ ਡਿਟੇਲ ਦੇ ਵਿੱਚ ਵੀਡੀਓ ਲੈ ਕੇ ਆਉਣੀ ਆ ਵੀ ਘੱਟ ਰੇਟ ਦੇ ਵਿੱਚ, ਸਸਤੇ ਤੋਂ ਸਸਤੇ ਰੇਟ ਦੇ ਵਿੱਚ ਤੁਸੀਂ ਉਹ ਬੁੱਕ ਕਿੱਥੋਂ ਮੰਗਵਾ ਸਕਦੇ ਹੋ, ਉਹ ਸਾਰੀ ਜਾਣਕਾਰੀ ਮੈਂ ਤੁਹਾਨੂੰ ਦਊਂਗੀ। ਦੂਜੀ ਚੀਜ਼ ਇਹ ਆ, NCERT ਜਿਹੜੀ ਆ 6th ਕਲਾਸ ਦੀ ਜਿਹੜੀ ਪੂਰੀ ਬੁੱਕ ਆ, ਠੀਕ ਆ, ਥੰਬਨੇਲ ਤੇ ਤੁਸੀਂ ਉਹਦਾ ਇੰਟਰਫੇਸ ਦੇਖਿਆ ਹੋਊਗਾ। ਉਹ ਬੁੱਕ ਜਿਹੜੀ ਉਹਦੀ ਕੰਪਲੀਟ ਮੈਂ ਰੀਡਿੰਗ, ਯਾਨੀ ਕਿ ਇਹਦੇ ਵਿੱਚ ਵੈਸੇ ਜਿਹੜੇ ਹੁਣ ਨਵੀਂ ਬੁੱਕ ਆਈ NCERT 6ਵੀਂ ਕਲਾਸ ਦੀ ਹੈ ਨਾ, ਮਤਲਬ ਉਹਦੇ ਵਿੱਚ 6 ਚੈਪਟਰ ਆ। ਕਿਉਂਕਿ ਜਦੋਂ ਲੋਕਡਾਊਨ ਹੋਇਆ ਸੀ ਕਰੋਨਾ ਦਾ ਕਰਕੇ ਹਨਾ, ਉਦੋਂ ਉਹਨਾਂ ਨੇ NCERT ਦੇ ਵਿੱਚੋਂ 2 ਚੈਪਟਰ ਕੱਢਤੇ ਸੀ। ਜਿਹੜੀ 6ਵੀਂ ਕਲਾਸ ਦੀ ਜਿਓਗ੍ਰਾਫੀ ਉਹਦੀ ਮੈਂ ਗੱਲ ਕਰਦੀ ਪਈ ਆ। ਹੁਣ 6 ਚੈਪਟਰ ਆ, ਪਹਿਲਾਂ 8 ਸੀ। ਠੀਕ ਆ, ਤੇ ਆਪਾਂ ਪੂਰੇ ਹੀ ਚੈਪਟਰ ਕਰਾਂਗੇ ਤੇ ਮੈਂ ਉਹਦੀ ਰੀਡਿੰਗ ਕਰਾ ਦੂੰਗੀ ਬੁੱਕ ਦੇ ਉੱਪਰੋਂ। ਸਾਰੇ ਦੇ ਸਾਰੇ ਚੈਪਟਰ ਆਪਾਂ ਰੀਡਿੰਗ ਕਰ ਲਾਂਗੇ ਤੇ ਜਿਹੜੇ ਜਿਹੜੇ 1 ਲਾਈਨਰ ਮੈਂ ਕਰਵਾਏ ਹੋਏ ਆ ਨਾਲ ਹੀ ਤੁਹਾਨੂੰ ਪਤਾ ਲੱਗਦਾ ਜਾਊਗਾ ਵੀ ਸਾਨੂੰ ਉਹਦੇ ਵਿੱਚੋਂ ਕੁਐਸਚਨ ਕਿੱਦਾਂ ਬਣਨੇ ਆ। ਬਹੁਤ ਸਾਰੇ ਬੱਚਿਆਂ ਨੂੰ ਨਹੀਂ ਪਤਾ ਹੁੰਦਾ। ਇਹ ਵੀ ਨਾ ਇੱਕ ਕਲਾ ਵਾ, ਇਹ ਵੀ ਇੱਕ ਕਲਾ ਹੁੰਦੀ। ਇਹ ਕਲਾ ਕਿਸੇ ਕਿਸੇ ਕੋਲ ਹੁੰਦੀ। ਉਹ ਕਿਹੜੀ ਕਲਾ, ਵੀ ਆਪਾਂ ਥਿਊਰੀ ਤੇ ਪੜ੍ਹ ਲੈਂਦੇ ਆ, ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਦੇ ਵਿੱਚ MCQ ਬਣੂਗਾ ਕਿੱਦਾਂ। ਹੁਣ PSTET ਦਾ ਪੇਪਰ ਸਾਨੂੰ ਕਿੱਦਾਂ ਆਉਂਦਾ, ਐਜ਼ ਇਟ ਇਜ਼ ਸਾਨੂੰ ਜਿਹੜੀਆਂ ਵਾ ਸਟੇਟਮੈਂਟ ਪੁੱਛੀਆਂ ਹੁੰਦੀਆਂ ਵਾ ਤੇ NCERT ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਟੇਟਮੈਂਟ ਆ ਜਾਂਦੀਆਂ ਵਾ। ਤੇ ਆਪਾਂ ਇੱਕ ਮੈਰਾਥਨ ਮੈਂ ਪਲਾਨ ਕੀਤੀ ਹੋਈ ਆ ਤੇ ਆਪਾਂ NCERT ਦੀ ਪੂਰੀ ਪ੍ਰੋਪਰ ਰੀਡਿੰਗ ਕਰ ਲਾਂਗੇ ਬੁੱਕ ਤੋਂ। ਇਹ ਤਾਂ 1 ਲਾਈਨਰ ਆਪਾਂ ਕਰ ਹੀ ਰਹੇ ਆ, ਇਸ ਬੁੱਕ ਤੋਂ ਹੀ ਕੱਢੇ ਹੋਏ ਆ। ਪਰ ਮੈਂ ਸੋਚ ਰਹੀ ਆ ਵੀ ਜੇ ਮੈਂ ਫ੍ਰੀ ਚ ਐਜੂਕੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਹੀ ਰਹੀ ਆ ਤੇ ਮੈਂ ਫਿਰ ਕੋਈ ਕਸਰ ਵੀ ਕਿਉਂ ਛੱਡਾਂ ਹਨਾ। ਠੀਕ ਹੈ ਨਾ, चलो अपन जाने हैं पहले क्वेश्चन पे। 600 मीटर से अधिक ऊंचाई वाले भाग क्या कहलाते हैं? पर्वत। सब तो पहला तुहानू 3 चीज़ों का ज्ञान होना चाहिए भी माउंटेन, हिल्स ते प्लेटू। ठीक है, माउंटेन, माउंटेन, हिल्स ते प्लेटू, प्लेट्यू। ठीक है, प्लेट्यू। हाँ, एक मिनट, इन्हां दा तुहानू डिफरेंस पता होना चाहिए। हुण जिहड़े माउंटेन आ, माउंटेन की हुंदे ने? पर्वत। ठीक है, पर्वत, मैदान। ठीक है, इन्हां दा तुहानू तिन्नां दा तुहानू जिहड़ा वा डिफरेंस पता होना चाहिए। हुण बहुत सारे बच्चों नूं नहीं पता हुंदा। हुण जिहड़े आ वाले हुंदे आ कुछ इस तरह करके, ठीक है, इह साडे कोल की हुंदे ने? इह साडे कोल हुंदे ने बहुत ही ज्यादा तिखे, यानी कि ਜਿਹੜੇ ਮਾਊਂਟੇਨ ਹੁੰਦੇ ਨੇ ਉਹ ਬਹੁਤ ਹੀ ਜ਼ਿਆਦਾ, ਉਹਨਾਂ ਦੀ ਜਿਹੜੀ ਆ ਚੀਜ਼ ਹੁੰਦੀ ਆ ਉਹ ਤਿੱਖੀ ਹੁੰਦੀ ਆ। ਇਹਨਾਂ ਨੂੰ ਮੋੜਦਾਰ ਪਰਬਤ ਵੀ ਕਹਿ ਦਿੰਦੇ ਆ, ਇਹ ਵੀ ਯਾਦ ਰੱਖਿਓ। ਇਹਨਾਂ ਨੂੰ ਮੋੜਦਾਰ ਪਰਬਤ ਵੀ ਕਹਿ ਦਿੰਦੇ ਆ। ਮੈਂ ਨਾ ਹਿਮਾਲਿਆ ਦੀ ਇੱਕ ਪੂਰੀ ਕੰਪਲੀਟ ਕਲਾਸ ਲੈ ਕੇ ਆਉਂਗੀ ਕਿਉਂਕਿ ਹਿਮਾਲਿਆ ਜਿਹੜਾ ਵਾ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ। ਹਿਮਾਲਿਆ ਦੇ ਵਿੱਚ ਸਾਨੂੰ ਬਹੁਤ ਸਾਰੇ ਕੁਐਸਚਨ ਪੁੱਛੇ ਜਾਂਦੇ ਆ। ਹਿਮਾਲਿਆ ਮੈਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪੂਰਾ ਕੰਪਲੀਟ ਹਿਮਾਲਿਆ ਮੈਂ ਤੁਹਾਨੂੰ ਕਰਵਾਉਂਗੀ। ਠੀਕ ਆ, ਮੋੜਦਾਰ ਵੀ ਕਹਿ ਦਿੰਦੇ ਆ, ਤਿੱਖੇ ਵੀ ਕਹਿ ਦਿੰਦੇ ਇਹਨਾਂ ਨੂੰ। ਠੀਕ ਆ, ਇਹਨਾਂ ਦੀ ਜਿਹੜੀ ਉੱਪਰੋਂ ਆਹ ਵਾਲੀ ਇਹਨਾਂ ਦੀ ਬਿਲਕੁਲ ਪੀਕ ਜਿਹੜੀ ਹੁੰਦੀ ਆ ਉਹ ਤਿੱਖੀ ਹੁੰਦੀ ਆ। ਸੋ ਤੁਸੀਂ ਗੂਗਲ ਤੇ ਇਹਨਾਂ ਦੀਆਂ ਪਿਕਚਰ ਵੀ ਕੱਢ ਕੇ ਦੇਖ ਸਕਦੇ ਹੋ, ਥੋੜੇ ਤਿੱਖੇ ਹੁੰਦੇ ਆ। ਹੁਣ ਗੱਲ ਆਉਂਦੀ ਆ ਹਿਲਸ ਦੀ। ਹਿਲਸ ਜਿਹੜੇ ਆ ਉਹ ਤਿੱਖੇ ਨਹੀਂ ਹੁੰਦੇ, ਉਹ ਕੁਝ ਇਸ ਤਰ੍ਹਾਂ ਜਿਹੇ ਹੁੰਦੇ ਆ, ਇਸ ਤਰ੍ਹਾਂ ਜਿਹੇ। ਠੀਕ ਹੈ, ਯਾਨੀ ਕਿ ਇਹਨਾਂ ਦੇ ਆ ਚੀਜ਼ ਜਿਹੜੀ ਆ ਇਹ ਪੱਧਰੀ ਹੁੰਦੀ ਆ। ਠੀਕ ਹੈ, ਇਹਨਾਂ ਦੀ ਇਹ ਚੀਜ਼ ਜਿਹੜੀ ਆ
ਪੱਧਰੀ ਹੁੰਦੀ ਆ, ਠੀਕ ਹੈ। ਜਾਂ ਕਹਿ ਲਓ ਵੀ ਇੱਕ ਗੁੰਬਦ ਦੀ ਤਰ੍ਹਾਂ ਬਣੇ ਹੁੰਦੇ ਆ, ਗੁੰਬਦ, ਇਹ ਗੁੰਬਦ ਦੀ ਤਰ੍ਹਾਂ ਬਣੇ ਹੁੰਦੇ ਆ, ਕਿਉਂਕਿ ਆਹ ਚੀਜ਼ ਇਹਨਾਂ ਦੀ ਇੱਕ ਗੁੰਬਦ ਦੀ ਤਰ੍ਹਾਂ ਬਣੀ ਹੁੰਦੀ ਆ, ਠੀਕ ਹੈ। ਇਹ ਡਿਫਰੈਂਸ ਇਹਨਾਂ ਦੇ ਵਿੱਚ। ਹੁਣ ਗੱਲ ਆਉਂਦੀ ਆ ਪਲੇਟੂ ਦੀ। ਜੇਕਰ ਆਪਾਂ ਪਲੇਟੂ ਦੀ ਗੱਲ ਕਰੀਏ ਤੇ ਪਲੇਟੂ ਇਸ ਤਰ੍ਹਾਂ ਦੇ ਹੁੰਦੇ ਆ, ਠੀਕ ਹੈ। ਪਲੇਟੂ ਹੁੰਦੇ ਆ ਇਸ ਤਰ੍ਹਾਂ ਦੇ, ਥੋੜੇ ਜਿਹੇ ਇਹ ਫਲੈਟ ਹੁੰਦੇ ਆ। ਫਲੈਟ ਲਿਖ ਸਕਦੇ ਆ ਤੁਸੀਂ, ਫਲੈਟ ਲਿਖ ਸਕਦੇ ਆ, ਜਾਂ ਤੁਸੀਂ ਇਹਨਾਂ ਨੂੰ ਸਮਤਲ ਲਿਖ ਸਕਦੇ ਆ, ਠੀਕ ਹੈ। ਇਹਨਾਂ ਦੀ ਸ਼ਕਲ ਕਿਹੜੀ ਹੁੰਦੀ ਆ, ਸਮਤਲ ਹੁੰਦੀ ਆ। ਜਿਹੜੇ ਹਿਲਸ ਆ ਗੁੰਬਦ ਦੀ ਤਰ੍ਹਾਂ ਹੁੰਦੇ ਆ, ਤੇ ਜਿਹੜੇ ਮਾਊਂਟੇਨ ਆ ਉਹ ਥੋੜੇ ਤਿੱਖੇ ਹੁੰਦੇ ਆ। ਕਲੀਅਰ। ਇਹ ਚੀਜ਼ ਤੁਹਾਨੂੰ ਇਹਨਾਂ ਦੇ ਵਿੱਚ ਫਰਕ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਵਾ। ਹਿਲਸ ਨੂੰ ਤੇ ਮਾਊਂਟੇਨ ਨੂੰ ਤੇ ਬਹੁਤ ਸਾਰੇ ਬੱਚੇ ਜਿਹੜੇ ਆ ਇੱਕ ਹੀ ਚੀਜ਼ ਸਮਝ ਲੈਂਦੇ ਆ। ਅੱਜ ਤੇ ਚਲੋ ਆਪਾਂ ਵਨ ਲਾਈਨਰ ਕਰ ਰਹੇ ਆ, ਵੈਸੇ ਜਦੋਂ ਮੈਂ ਤੁਹਾਨੂੰ ਹਿਮਾਲਿਆ ਵਾਲਾ ਟੌਪਿਕ ਕਰਵਾਉਂਗੀ डिटेल ਦੇ ਵਿੱਚ फिर ਤੁਹਾਨੂੰ पता लग जूगा। स्थल रूप का निर्माण किन दो प्रक्रियाओं से होता है, ठीक है। हुण ये मोस्ट इंपॉर्टेंट है, ठीक है। ਤੁਹਾਨੂੰ ਇਹ ਚੀਜ਼ क्वेश्चन पक्का 99% ਤੁਹਾਨੂੰ आ सकदा पेपर ਦੇ ਵਿੱਚ ਪੁੱਛਿਆ ਜਾਂਦਾ ਵਾ। ਧਰਤੀ ਦੇ स्थल रूप ਦਾ ਨਿਰਮਾਣ ਕਿਹੜੀਆਂ ਦੋ ਪ੍ਰਕਿਰਿਆਵਾਂ ਤੋਂ ਹੁੰਦਾ ਹੈ। ਦੋ ਪ੍ਰਕਿਰਿਆਵਾਂ ਤੋਂ ਹੁੰਦਾ, ਇੱਕ ਹੈਗੀ ਸਾਡੀ ਅੰਦਰੂਨੀ ਪ੍ਰਕਿਰਿਆ, ਇੱਕ ਸਾਡੀ ਅੰਦਰੂਨੀ ਪ੍ਰਕਿਰਿਆ, ਇੱਕ ਸਾਡੀ ਬਾਹਰੀ ਪ੍ਰਕਿਰਿਆ। ਕਲੀਅਰ। ਅੱਗੇ ਜਾ ਕੇ ਇਹਦੇ ਬਾਰੇ ਗੱਲ ਕਰਾਂਗੇ। पृथ्वी किस तरह टूट कर गिर जाने को कहा जाता है, ठीक है। अपरदन। मैं तुहानू दसदी हाँ भी अपरदन की है, अपरदन, ठीक है। ते एक शब्द अपने कोल हैगा वा निखेपण, ठीक है, निखेपण। जेकर आप अपरदन की गल करिए तो अपरदन नू इंग्लिश दे विच तुसीं कह सकते हैं अरीजन, ते निखेपण नू असीं की कह सकते हैं डेपोजिशनल, ठीक है, डेपोजिशनल। ਇਹ ਕਨਸੈਪਟ ਨੂੰ ਸਮਝੋ। ਮੈਂ ਤੁਹਾਨੂੰ ਦੱਸਦੀ ਹਾਂ ਵੀ ਅਪਰਦਨ ਤੇ ਨਿਖੇਪਣ ਕੀ ਆ। ਮੰਨ ਲਓ ਕੋਈ ਪਿੰਡ ਆ, ਜਿਵੇਂ ਮੇਰਾ ਪਿੰਡ ਹੀ ਆ ਹਨਾ, ਬਹੁਤ ਜ਼ਿਆਦਾ ਮੀਂਹ ਪਿਆ ਤੇ ਕੋਈ ਸੜਕ ਆ ਰਹੀ ਢਲਾਣ ਜਿਹਨੂੰ ਹਨਾ, ਪਿੰਡ ਦੇ ਵਿੱਚੋਂ ਕੋਈ ਸੜਕ ਨਿਕਲ ਰਹੀ, ਕੋਈ ਕੱਚਾ ਰਸਤਾ ਨਿਕਲ ਰਿਹਾ ਵਾ, ਤੇ ਉਹ ਸਿੱਧਾ ਕਿੱਥੇ ਚਲ ਜਾਂਦਾ ਵਾ, ਛੱਪੜ ਵੱਲ ਨੂੰ ਚਲਾ ਜਾਂਦਾ ਵਾ, ਜਾਂ ਕਿਸੇ ਬਾਹਰ ਇੱਧਰ ਉੱਧਰ ਜ਼ਮੀਨ ਨੂੰ ਚਲਾ ਜਾਂਦਾ ਵਾ, ਠੀਕ ਆ। ਮੰਨ ਲਓ ਬਹੁਤ ਹੀ ਜ਼ਿਆਦਾ ਬਾਰਿਸ਼ ਹੋਈ, ਜਦੋਂ ਬਹੁਤ ਹੀ ਜ਼ਿਆਦਾ ਬਾਰਿਸ਼ ਹੋਈ, ਬਾਰਿਸ਼ ਹੋਣ ਦੇ ਨਾਲ ਕੀ ਹੁੰਦਾ ਵਾ ਕਿ ਮਿੱਟੀ ਜਿਹੜੀ ਆ ਖੁਰ ਕੇ ਜੋ ਠਾਂ ਨੂੰ ਖਿਸਕ ਗਈ। ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਊਗਾ ਨਾ, ਜਦੋਂ ਜ਼ਿਆਦਾ ਮੀਂਹ ਪੈਂਦੇ ਜਾਂ ਹੜ੍ਹ ਆਉਂਦੇ, ਕਿਤੇ ਸੜਕਾਂ ਟੁੱਟ ਜਾਂਦੀਆਂ। ਪਿੱਛੇ ਜੇ ਥੋੜਾ ਚਿਰ ਹੋਇਆ ਹੜ੍ਹ ਆਏ ਸੀ, ਕਿੰਨੀ ਥਾਈਂ ਸੜਕਾਂ ਟੁੱਟੀਆਂ ਸੀ, ਕਈ ਥਾਂ ਤੇ ਹੜ੍ਹ ਆਏ, ਲੋਕਾਂ ਦੀਆਂ ਜ਼ਮੀਨਾਂ 'ਚ ਪਾਣੀ ਖੜ ਗਿਆ, ਫਸਲਾਂ ਬਰਬਾਦ ਹੋ ਗਈਆਂ। ਹੁਣ ਕਈ ਥਾਈਂ ਦਰਿਆਵਾਂ ਦੇ ਜਿਹੜੇ ਬੰਨ ਉਹ ਵੜ ਗਏ। ਉਹ ਕਿਹੜੀ ਕਿਰਿਆ ਵਾ? ਉਹ ਅਪਰਦਨ ਕਿਰਿਆ ਹੀ ਆ। समझ लगी ना? ਉਹ ਕੀ ਆ? अपरदन क्रिया ही आ। यानी कि देखो इत्थे इन्होंने क्या वा, पृथ्वी किस तरह टूट कर घिस जाने को, यानी कि धरती टुट के हेठां नूं धस जांदी आ। समझ लगी ना? धरती दा कुछ हिस्सा खुर के जां घस के जां जिद्दां मर्जी तुसीं कह सकदे आ, ਉਹ हेठां चला जांदा वा। उस क्रिया नूं अपरदन क्रिया कहंदे आ, इरिजन क्रिया कहंदे आ। दूजी साइड ते असीं कह सकदे आ पृथ्वी के स्थल रूप की पुनर्निर्माण की प्रक्रिया को क्या कहते हैं? डेपोजिशनल निखेपण। ये बिल्कुल ਇਹਦੇ ਉਲਟ ਆ। ਇੱਥੇ ਕੀ ਹੋਇਆ? ਇੱਥੇ ਧਰਤੀ ਦਾ ਕੁਝ ਹਿੱਸਾ ਹੇਠਾਂ ਧਸ ਗਿਆ ਹਨਾ, ਪਰ ਜਿਹੜੀ ਨਿਖੇਪਣ ਕਿਰਿਆ ਵਾ ਇਹਦੇ ਵਿੱਚ ਕੀ ਹੋਣਾ ਵਾ? ਇਹਦੇ ਵਿੱਚ ਹੋਣਾ ਵਾ ਜਿਵੇਂ ਇਹਦੇ ਵਿੱਚ ਆਪਾਂ ਨਦੀਆਂ ਦੀ ਐਗਜ਼ਾਮਪਲ ਲੈ ਲਈਏ ਹਨਾ, ਜਦੋਂ ਨਦੀਆਂ ਇੱਕ ਥਾਂ ਤੋਂ ਦੂਜੀ ਥਾਂ ਜਾਂਦੀਆਂ ਵਾ ਤੇ ਉਹ ਕੀ ਕਰਦੀਆਂ ਵਾ, ਆਪਣੇ ਨਾਲ ਬਹੁਤ ਸਾਰਾ ਮਲਬਾ, ਹੋਰ ਪੱਥਰ ਕੰਕਰ ਜਿਹੜਾ ਜੋ ਕੁਛ ਵੀ ਜਿੰਨਾ ਵੀ ਮਟੀਰੀਅਲ ਆ ਉਹ ਆਪਣੇ ਨਾਲ ਲਿਆਉਂਦੀਆਂ ਜਾਂਦੀਆਂ ਵਾ ਤੇ ਜਮਾ ਕਰਦੀਆਂ ਜਾਂਦੀਆਂ ਵਾ, ਠੀਕ ਹੈ। ਤੇ ਉੱਥੇ ਕੀ ਹੁੰਦਾ ਵਾ, ਉੱਥੇ ਕੋਈ ਨਾ ਕੋਈ ਜਿਹੜਾ ਮਲਬਾ ਹੁੰਦਾ ਵਾ ਉਹ ਵਧੀਆ ਕਿਸਮ ਦਾ, ਜਾਂ ਕੋਈ ਉੱਥੇ ਜੋ ਵੀ ਧੂੜ ਕਣ ਜੋ ਮਿੱਟੀ ਸਾਰੀ ਆ ਉਹ ਇੱਕ ਥਾਂ ਤੇ ਜਮਾ ਹੋ ਜਾਂਦੀ ਆ। ਯਾਨੀ ਕਿ ਉੱਥੇ ਕੀ ਹੁੰਦਾ ਵਾ, ਉੱਥੇ ਇੱਕ ਕੋਈ ਨਿਰਮਾਣ ਹੁੰਦਾ ਕਿਸੇ ਚੀਜ਼ ਦਾ। ਹੁਣ ਇੱਥੇ ਸਭ ਤੋਂ ਵੱਡੀ ਐਗਜ਼ਾਮਪਲ ਕੀ ਕਹਿ ਸਕਦੇ ਹਾਂ, ਜਿੱਦਾਂ ਆਪਾਂ ਪੜ੍ਹਦੇ ਹੁੰਦੇ ਗੰਗਾ ਦੇ ਮੈਦਾਨ, ਬ੍ਰਹਮਪੁੱਤਰ ਦੇ ਮੈਦਾਨ, ਠੀਕ ਹੈ,
ਜਿਵੇਂ ਹੁਣ ਆਪਣਾ ਵੀ ਮੈਦਾਨੀ ਇਲਾਕਾ ਵਾ, ਠੀਕ ਹੈ, ਇਹ ਸਾਰਾ ਨਦੀਆਂ ਕਰਕੇ ਬਣਿਆ। ਇਸੇ ਹੀ ਕੰਡੀਸ਼ਨ ਨੂੰ ਕੀ ਕਹਿੰਦੇ ਆ, ਡੈਪੋਜੀਸ਼ਨਲ, ਯਾਨੀ ਕਿ ਇੱਥੋਂ ਕਹਿ ਸਕਦੇ ਆ ਤੁਸੀਂ, ਜੇ ਮੈਂ ਤੁਹਾਨੂੰ ਦੇਸੀ ਭਾਸ਼ਾ ਦੇ ਵਿੱਚ ਸਮਝਾਵਾਂ ਤੇ ਇਹਨੂੰ ਤੁਸੀਂ ਟੁੱਟਣਾ ਕਹਿ ਸਕਦੇ ਆ, ਤਾਂ ਇਹਨੂੰ ਤੁਸੀਂ ਬਣਨਾ ਕਹਿ ਸਕਦੇ ਆ। ਬਸ ਇਹ ਸ਼ਬਦ ਮੈਂ ਤਾਂ ਵਰਤੇ ਆ ਵੀ ਤੁਹਾਨੂੰ ਯਾਦ ਰਵੇ। ਪੰਜਾਬੀ ਚ ਸੌਖੇ ਲੱਗਦੇ ਪੰਜਾਬੀ ਚ ਕਰ ਲਓ, ਇੰਗਲਿਸ਼ ਚ ਸੌਖੇ ਲੱਗਦੇ ਇੰਗਲਿਸ਼ ਚ ਕਰ ਲਓ। ਰੀਜ਼ਨ ਯਾਨੀ ਕਿ ਅਪਰਦਨ, ਟੁੱਟਣਾ, ਧਰਤੀ ਦੇ ਕਿਸੇ ਭਾਗ ਦਾ ਹੇਠਾਂ ਧੱਸ ਜਾਣਾ। ਨਿਖੇਪਣ ਜਾਂ ਕਿਸੇ ਧਰਤੀ ਦੇ ਕਿਸੇ ਵੀ ਪਲੇਟ ਦਾ ਕਿਸੇ ਸਥਲ ਰੂਪ ਦਾ ਨਵਾਂ ਨਿਰਮਾਣ ਹੋਣਾ। ਡੈਪੋਜੀਸ਼ਨਲ, ਨਿਖੇਪਣ। ਕਲੀਅਰ। ਉਸ ਤੋਂ ਬਾਅਦ ਸਾਡਾ ਨੈਕਸਟ पॉइंट आ जाता वा, अपरदन की प्रक्रिया के कारण पृथ्वी की सतह पर क्या प्रभाव पड़ता है। हुण तुसीं मैनूं दसो भी कि ये कितना सौखा, क्योंकि मैं तुहानूं सारा समझाता। धरती घिसकर नीचे चली जाती है, इन्होंने इत्थे की लिखिया, पृथ्वी घिसकर नीचे चली जाती है। अपरदन क्रिया दे नाल हुंदा, क्योंकि टुटदे आ ना कई भाग। क्लीयर। एशिया, यूरोप तथा दक्षिणी अमेरिका की प्रमुख पर्वत श्रृंखला कौन सी है। हिमालय, एल्पस पर्वत तथा एंडीज पर्वत। ठीक है, इन्हां दे तुसीं नाम याद रखने आ, पूछा जा सकता, क्योंकि वन लाइनर मैं ओही ही कड्डे आ जिहड़े कि साडे पीएस टेट दे पेपर वजों या सी टेट दे पेपर वजों सानू बहुत ही ज्यादा इंपॉर्टेंट आ। ठीक है, जेकर गल आ जे एशिया दी, जेकर गल आ जे एशिया दी, जां गल आ जे यूरोप दी, ते जां फिर गल आ जे अपने कोल दक्षिणी अमेरिका दी, दक्षिणी अमेरिका दी। ठीक है, गल आ जे अपने कोल दक्षिणी अमरीका दी। इहदे विच की हुंदा वा कि इन्हां दी प्रमुख श्रृंखला की हुंदी आ। पहले गल तां तुहानूं श्रृंखला नहीं पता होना, पर्वत श्रृंखला अज तक तुसीं ये शब्द जिहड़ा वा बहुत ज्यादा पढ़िया होऊगा, है ना, लिखिया होऊगा। ਇਹ शब्द की हुंदा, मान लो आ कोई पर्वत है, वो इस तरह गांह दी लड़ी चलती जाती है। ठीक है, इस तरह इहदी लड़ी अगे दी अगे चलती जाती है पर्वतां दी, इहनूं कह दिंदे आ श्रृंखला जां लड़ी। क्लीयर है। ठीक है, इत्थे सानूं यही पूछा गया वा कि दी पर्वत लड़ी यूरोप दी ते दक्षिणी अमरीका दी ते एशिया दी। ठीक है, किहड़ी किहड़ी आ, सब तो पहला तां इहदी हैगी आ हिमालय, हिमालय, एल्पस पर्वत। जो मैं तुहानूं हिमालय वाला चैप्टर पढ़ाऊंगी ना पूरा, मैं सोच रही भी हिमालय मैं तुहानूं डिटेल च करवा दा पूरा पंजाबी दे विच। ठीक है, ये मैं तुहानूं करवाउणी आ बहुत जल्दी। हिमालय, एल्पस ते एंडीज पर्वत, एंडीज पर्वत। हुण सानूं क्वेश्चन पता किवें आऊगा, हिमालय, एल्पस, एंडीज पर्वत उदाहरण हैं एशिया, यूरोप, दक्षिणी अमरीका ते एक साइड हो सकता उत्तरी अमरीका लिख देण, ते जिन्हां ने नाल उत्तरी अमरीका, एशिया, यूरोप दे नाल उत्तरी अमरीका वाली ऑप्शन गल लाती, फिर साडा गलत हो जाऊगा। दक्षिणी अमरीका दे विच एल्पस, एंडीज ते हिमालय पर्वत पैंदे आ। मैं करवाया सी ना, पनामा नहर जोड़दी इन्हां नूं, पनामा नहर। ठीक है, कराया सी ना मैं उत्तरी अमरीका नूं ते दक्षिणी अमरीका नूं। पर दक्षिणी अमरीका, यूरोप, एशिया ये तीनों पर्वत लड़ियां किहदियां उदाहरणां है, एशिया, यूरोप, दक्षिणी अमरीका दियां हिमालय, एल्पस ते एंडीज पर्वत। क्लीयर। फ्यूजीयामा ते किलिमंजारो किहड़े पर्वतां दियां उदाहरणां ने, ज्वालामुखी पर्वत दियां। ज्वालामुखी पर्वत कदों बनदे आ, लावा मैगमा दे नाल, लावा मैगमा वाला भी तुहानूं करवाऊंगी। ज्वालामुखी फटन दे नाल की बनदे ने, ज्वालामुखी पर्वत बनदे ने, ते इन्हां दियां उदाहरणां किहड़ियां वा, किलिमंजारो ते फ्यूजीयामा। हाँ जी, अफ्रीका दे विच किलिमंजारो, अफ्रीका दे विच किलिमंजारो ते फ्यूजीयामा हैगा वा जापान दे विच। क्लीयर। उस तो बाद साडा आ जांदा वा नेक्स्ट क्वेश्चन, भारत में स्थित विश्व की सबसे प्राचीन वलित पर्वत श्रृंखला कौन सी है। अरावली पर्वत। अरावली पर्वत सब तो पुरानी पर्वत लड़ी है, ये तुसीं याद रखियो। ठीक है, अफ्रीका और जापान में स्थित ज्वालामुखी पर्वत कौन से है, माउंट किलिमंजारो और फ्यूजीयामा। मैं हुणे तुहानूं कराया, अफ्रीका दे विच किहड़े आ किलिमंजारो ते फ्यूजीयामा कित्थे आ जापान दे विच। दोवें किहड़े पर्वतां दी उदाहरणां वा, ज्वालामुखी पर्वतां दी उदाहरणां। क्लीयर। पर्वतों के प्रचलित खेल कौन से हैं, इन्हें तुसीं छड्ड दो, ये आपां बाद विच करावां खेल। ठीक है, जदों चैप्टर रीड कराऊंगी ना उदों मैं तुहानूं इहदे बारे डिटेल दस दूंगी। क्लीयर।
भारत में स्थित पुराना पठार कौन सा है? हुण बई दो पठार तुहाडे लई बहुत ज्यादा इंपॉर्टेंट आ, ठीक है। दो पठार जिहड़े आ तुहाडे लई बहुत ही ज्यादा इंपॉर्टेंट आ। एक हैगा वा डक्कन दा पठार ते एक हैगा वा तिब्बत दा पठार। तुहानू पता ये जिहड़े दोवें पठार आ इन्हां दा तुहानू फर्क पता होना चाहिए। सब तो पहला आपां लै लैंदे आ तिब्बत दा पठार। तिब्बत दा पठार ਇਹਦੇ ਬਾਰੇ ਇੱਕ ਪੁਆਇੰਟ ਬਹੁਤ ਜ਼ਰੂਰੀ ਬਣ ਜਾਂਦਾ ਵਾ ਵੀ ਜਿਹੜਾ ਤਿੱਬਤ ਦਾ ਪਠਾਰ ਆ ਇਹਨੂੰ ਸੰਸਾਰ ਦੀ ਛੱਤ ਵੀ ਕਿਹਾ ਜਾਂਦਾ ਵਾ। ਇਹਨੂੰ ਸੰਸਾਰ ਦੀ ਛੱਤ ਵੀ ਕਿਹਾ ਜਾਂਦਾ ਵਾ। ਇਹਨੂੰ ਪਾਮੀਰ ਦਾ ਪਠਾਰ ਵੀ ਕਿਹਾ ਜਾਂਦਾ ਵਾ। ਪਾਮੀਰ ਦਾ ਪਠਾਰ ਵੀ ਕਿਹਾ ਜਾਂਦਾ ਵਾ। ਕਲੀਅਰ? ਪਾਮੀਰ ਦਾ ਪਠਾਰ ਵੀ ਇਹਨੂੰ ਕਿਹਾ ਜਾਂਦਾ ਵਾ ਤੇ ਇੱਕ ਇਹਨੂੰ ਹੋਰ ਕਿਹਾ ਜਾਂਦਾ ਸੀਗਾ। हाँ ये सब तो उच्चा पठार आ। ये सब तो उच्चा पठार आ। सब तो उच्चा पठार आ पूरी दुनिया दा सब तो उच्चा पठार आ। जेकर गल आ जे दक्कन दे पठार दी, जेकर गल आ जे दक्कन दे पठार दी तां इहदे बारे तुसीं याद रखना वा ये सब तो उच्चा नहीं पर ये की आ दक्कन दा पठार जिहड़ा वा ये सब तो पुराना है। क्लीयर? ये सब तो पुराना है। जे पूछा जावे सब तो पुराना केड़ा वा ते दक्कन दा पठार टिक करना वा। जे पूछा जावे संसार दी छत पामीर दा पठार ते सब तो उच्चा पठार केड़ा वा तिब्बत दा पठार आ। क्लीयर? एक चीज होर मैं ना जिस दिन तुहानू माउंटेन बारे करवाया सी है ना अलग-अलग देशां दे विच ओनू किहड़े-किहड़े नाम दे नाल जाणिया जांदा उस दिन ना मैनूं पॉइंट याद नहीं आउण डिया। ਆਪਾਂ ਕਹਿ ਦਿੰਦੇ ਆ ਨਾ ਮਾਊਂਟੇਨ ਜਿਹੜੀ ਆ ਸਭ ਤੋਂ ਉੱਚੀ ਚੋਟੀ ਆ। ਪਰ ਜਦੋਂ ਆਪਾਂ ਪ੍ਰਸ਼ਾਂਤ ਮਹਾਸਾਗਰ ਪੜ੍ਹਦੇ ਆ ਨਾ ਪ੍ਰਸ਼ਾਂਤ ਮਹਾਸਾਗਰ ਪੜ੍ਹਦੇ ਆ ਇਹ ਪੁਆਇੰਟ ਤੁਹਾਨੂੰ ਬਹੁਤ ਘੱਟ ਮਿਲੂ YouTube ਤੇ, ਠੀਕ ਆ। ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਇੱਕ ਨਾ ਪਰਬਤ ਆ ਉਹਦਾ ਨਾਮ ਆ ਮੋਨਾਕੋਆ ਪਰਬਤ। ਮੋਨਾਕੋਆ ਪਰਬਤ ਇਹ ਇੰਪੋਰਟੈਂਟ ਕਿਉਂ ਆ? ਇਹ ਇੰਪੋਰਟੈਂਟ ਕਿਉਂ ਆ? ਇਹ ਇੰਪੋਰਟੈਂਟ ਇਸ ਲਈ ਆ ਕਿਉਂਕਿ ਜਿਹੜਾ ਮੋਨਾਕੋਆ ਪਰਬਤ ਆ ਇਹ ਮਾਊਂਟ ਐਵਰੈਸਟ ਨਾਲੋਂ ਵੀ ਕਿਤੇ ਉੱਚਾ ਵਾ। ਠੀਕ ਹੈ, ਇਸੇ ਹੀ ਕਰਕੇ ਇਹਨੂੰ ਯਾਦ ਰੱਖਣਾ ਸਾਡੇ ਲਈ ਬਹੁਤ ਜ਼ਰੂਰੀ ਆ। ਪੁੱਛਿਆ ਜਾ ਸਕਦਾ ਕਿਉਂਕਿ ਅਸੀਂ ਮਾਊਂਟ ਐਵਰੈਸਟ ਦੀ ਉਚਾਈ ਕਿੰਨੀ ਪੜ੍ਹਦੇ ਆ 8848 ਤੇ ਜਾਂ ਅਸੀਂ ਪੜ੍ਹਦੇ ਆ 8850 ਮੀਟਰ। ਪਰ ਜਿਹੜੀ ਮੋਨਾਕੋਆ ਵਾ ਇਹਦੀ ਹਾਈਟ 10,000 ਮੀਟਰ ਆ। ਉਹਦੇ ਨਾਲੋਂ ਵੱਧ ਜਾਂਦੀ ਆ 10,000 ਮੀਟਰ ਮੋਨਾਕੋਆ ਪਰਬਤ। ਇਹਨੂੰ ਵੀ ਕਿੱਥੋਂ ਜੇ ਹੁਣ ਮਾਊਂਟ ਐਵਰੈਸਟ ਆ ਇਹਨੂੰ ਕਿੱਥੋਂ ਮਾਪਿਆ ਜਾਂਦਾ ਵਾ? ਮਹਾਸਾਗਰ ਦੀ ਡੂੰਘਾਈ ਤੋਂ ਮਾਪਿਆ ਜਾਂਦਾ ਵਾ। ਤੇ ਮੋਨਾਕੋਆ ਨੂੰ ਜਦੋਂ ਉਹਨਾਂ ਨੇ ਸਮੁੰਦਰ ਦੀ ਡੂੰਘਾਈ ਤੋਂ ਮਾਪਿਆ ਤੇ ਇਹਦੀ ਹਾਈਟ ਕਿੰਨੀ ਨਿਕਲੀ 10,000 ਮੀਟਰ। ਇੱਕੋ ਇੱਕ ਏਦਾਂ ਦਾ ਪਰਬਤ ਹੈ ਜਿਹੜਾ ਮਾਊਂਟ ਐਵਰੈਸਟ ਨਾਲੋਂ ਉੱਚਾ ਵਾ that is ਮੋਨਾਕੋਆ ਪਰਬਤ। ਇਹ ਕਿਹੜੇ ਮਹਾਸਾਗਰ ਦੇ ਵਿੱਚ ਆ? ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਆ। ਕਲੀਅਰ? ਇਸ ਤੋਂ ਬਾਅਦ ਜਿਹੜਾ ਕਿਲੀਮੰਜਾਰੋ ਤੇ ਫਿਊਜ਼ੀਆਮਾ ਵਾ ਇਹਦੇ ਬਾਰੇ ਤੁਸੀਂ ਜ਼ਰੂਰ ਹੀ ਯਾਦ ਰੱਖਣਾ ਵਾ। ਤੇ ਆਪਾਂ ਹਿਮਾਲਿਆ ਵਾਲਾ ਟੌਪਿਕ ਲੈ ਕੇ ਆਉਣਾ ਡਿਟੇਲ ਦੇ ਵਿੱਚ ਬਹੁਤ ਜਲਦੀ। ਤੇ ਇਹ ਆਪਣਾ ਹੈਗਾ ਹੀ ਚੈਪਟਰ ਨੰਬਰ 6ਵਾਂ ਤੇ ਆਪਣਾ 7ਵਾਂ ਚੈਪਟਰ ਅੱਗੇ ਹੈਗਾ ਵਾ ਹਮਾਰਾ ਦੇਸ਼ ਭਾਰਤ, ਜਿਹਦੇ ਵਿੱਚ ਆਪਾਂ ਉੱਤਰੀ ਸੀਮਾ, ਦੱਖਣੀ ਸੀਮਾ, ਪੱਛਮ ਤੋਂ ਪੂਰਬ ਤੱਕ ਲੰਬਾਈ, ਇਹ ਸਾਰਾ ਕੁਝ ਆਪਾਂ ਕਰਾਂਗੇ ਅਗਲੇ ਪਾਰਟ ਦੇ ਵਿੱਚ। ਤਦ ਤੱਕ ਮੈਨੂੰ ਤੁਸੀਂ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।